ਫਲ ਗੁਣ ਆਨੰਦ ਅਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸਾਧ ਸੰਗਤ ਜੀ, ਅਸੀਂ ਫੱਗਣ ਦਾ ਮਹੀਨਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਇੱਥੇ ਫਲਗੁਣ ਸ਼ਬਦ ਉਚਾਰਨ ਕੀਤਾ ਹੈ। ਜਿਸ ਤਰ੍ਹਾਂ ਅਸੀਂ ਪੋਹ ਦਾ ਮਹੀਨਾ ਕਹਿੰਦੇ ਹਾਂ, ਪਰ ਮਹਾਰਾਜ ਸਾਹਿਬ ਜੀ ਨੇ ਬਾਣੀ ਦੇ ਵਿੱਚ ਪੋਖ ਸ਼ਬਦ ਉਚਾਰਨ ਕੀਤਾ ਹੈ। ਤੇ ਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਨਾਹੂ। ਅਸੀਂ ਮੱਘਰ ਦਾ ਮਹੀਨਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਮੰਘੇਰ ਸ਼ਬਦ ਉਚਾਰਨ ਕੀਤਾ ਹੈ। ਮੰਘੇਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀ ਆਹ। ਅਸੀਂ ਹਾੜ ਦਾ ਮਹੀਨਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਆਸਾੜ ਸ਼ਬਦ ਉਚਾਰਨ ਕੀਤਾ ਹੈ। ਆਸਾੜ ਤਪੰਦਾ ਤਿਸ ਲੱਗੈ, ਹਰਨਾਹੂ ਨਾ ਜਿੰਨਾ ਪਾਸ। ਇਸੇ ਤਰ੍ਹਾਂ ਅਸੀਂ ਸੰਗਰਾਂਦ ਸ਼ਬਦ ਕਹਿੰਦੇ ਹਾਂ, ਪਰ ਅਸਲ ਵਿੱਚ ਸਾਧ ਸੰਗਤ ਜੀ ਸ਼ਬਦ ਹੈ ਸੰਕ੍ਰਾਂਤੀ। ਇਸੇ ਤਰ੍ਹਾਂ ਆਮ ਬੋਲੀ ਦੇ ਵਿੱਚ ਅਸੀਂ ਗੁਥਲੀ ਸ਼ਬਦ ਕਹਿੰਦੇ ਹਾਂ, ਲੇਕਿਨ ਪ੍ਰਾਤਨ ਜਿਹੜੀ ਭਾਸ਼ਾ ਹੈ ਉਸ ਦੇ ਵਿੱਚ ਗੋਹਜ ਥਲੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਅਸੀਂ ਕਈ ਵਾਰ ਇਹ ਸ਼ਬਦ ਬੋਲਦੇ ਵੀ ਹਾਂ ਅਤੇ ਲਿਖਦੇ ਵੀ ਹਾਂ। ਜਿਵੇਂ ਅਸੀਂ ਲਿਖਦੇ ਹਾਂ ਕਿਹਾ, ਰਿਹਾ, ਗਿਆ, ਕੱਕੇ ਸਿਹਾਰੀ ਹਾਹੇ ਕੰਨਾ ਤੇ ਗੱਗੇ ਸਿਹਾਰੀ ਐੜੇ ਕੰਨਾ ਤੇ ਰਾਰੇ ਸਿਹਾਰੀ ਹਾਹੇ ਕੰਨਾ। ਇਸ ਅਸੀਂ ਆਮ ਬੋਲੀ ਦੇ ਵਿੱਚ ਅਸੀਂ ਕਿਹਾ, ਰਿਹਾ, ਗਿਆ ਸ਼ਬਦ ਵਰਤਦੇ ਹਾਂ, ਲੇਕਿਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਹਿਆ, ਹਾਹੇ ਦੇ ਸਿਹਾਰੀ ਐੜੇ ਕੰਨਾ, ਕਹਿਆ, ਰਹਿਆ ਔਰ ਗਿਆ ਸ਼ਬਦ ਉਚਾਰਨ ਕੀਤਾ ਹੈ। ਤੋ ਕਹਿਣ ਦਾ ਮਤਲਬ ਇਹ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਅਸਲ ਸ਼ਬਦ ਕੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ ਫਲਗੁਣ। ਇਹ ਮੁੱਖ ਰੂਪ ਦੇ ਵਿੱਚ ਮਹੀਨੇ ਦਾ ਨਾਮ ਹੈ। ਦੂਜੇ ਰੂਪ ਵਿੱਚ ਅਸੀਂ ਫੱਗਣ ਕਹਿੰਦੇ ਹਾਂ। ਗੁਰਬਾਣੀ ਵਿੱਚ ਫੱਗਣ ਸ਼ਬਦ ਵੀ ਆਇਆ ਹੈ, ਕਿਉਂਕਿ ਇਹ ਜਿਹੜਾ ਫਲਗੁਣ ਦਾ ਮਹੀਨਾ ਹੈ, ਫੱਗਣ ਦਾ ਮਹੀਨਾ ਹੈ, ਇਹ ਹਿਮਕਰ ਰੁੱਤ ਦਾ ਦੂਸਰਾ ਮਹੀਨਾ ਹੈ। ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਹਿਮਕਰ ਰੁੱਤ ਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ। ਫੱਗਣ ਦੇ ਮਹੀਨੇ ਦੇ ਵਿੱਚ ਠੰਡ ਘਟ ਜਾਂਦੀ ਹੈ, ਮੌਸਮ ਬੜਾ ਸੁੰਦਰ ਹੋ ਜਾਂਦਾ ਹੈ। ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਬਾਣੀ ਦੇ ਵਿੱਚ 14 ਪੌੜੀਆਂ ਉਚਾਰਨ ਕੀਤੀਆਂ ਨੇ। ਜਿਹੜੀ ਪਹਿਲੀ ਪੌੜੀ ਹੈ ਨਾ ਸਾਧ ਸੰਗਤ ਜੀ, ਇਹ ਹੈ ਬੇਨਤੀ ਰੂਪ ਦੇ ਵਿੱਚ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਤੇ ਜਿਹੜੀ 14ਵੀਂ ਪੌੜੀ ਹੈ, ਐਂਡ ਵਾਲੀ ਪੌੜੀ ਹੈ, ਇਹ ਨਾਮ ਦੀ ਮਹਿਮਾ ਵਿੱਚ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਕਾਰਜ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਹਨ। ਵਿੱਚ 12 ਪੌੜੀਆਂ ਹਨ। ਇਹਨਾਂ ਦੇ ਵਿੱਚ 12 ਮਹੀਨਿਆਂ ਦੁਆਰਾ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਤੇ 12 ਅਵਸਥਾਵਾਂ ਦਾ ਕਥਨ ਕੀਤਾ ਹੈ। ਤੋ ਸਾਧ ਸੰਗਤ ਜੀ, ਇਹ ਦੇਸੀ ਸਾਲ ਦਾ ਜਿਹੜਾ ਫਲਗੁਣ ਦਾ ਮਹੀਨਾ ਹੈ, ਫੱਗਣ ਦਾ ਮਹੀਨਾ ਹੈ, ਦੇਸੀ ਸਾਲ ਦਾ ਅਖੀਰਲਾ ਮਹੀਨਾ ਹੈ। ਅਤੇ ਚੇਤ ਦੇ ਮਹੀਨੇ ਦੀ ਜਦੋਂ ਆਰੰਭਤਾ ਹੁੰਦੀ ਹੈ, ਉਦੋਂ ਨਵਾਂ ਸਾਲ ਆਰੰਭ ਹੁੰਦਾ ਹੈ ਖਾਲਸੇ ਦਾ। ਤੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਫਲਗੁਣ ਮਹੀਨੇ ਦੁਆਰਾ, ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ।
ਫਲਗੁਣ ਪਦ ਦਾ ਅਰਥ ਵਿਦਵਾਨ ਮਹਾਪੁਰਸ਼ ਕਰਦੇ ਹਨ ਫਲ ਤੇ ਗੁਣ। ਗੁਣ ਦਾ ਅਰਥ ਕਰਦੇ ਹਨ ਕਿ ਜੋ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ, ਜਿਸ ਵਾਹਿਗੁਰੂ ਜੀ ਨੂੰ ਗੁਣੀ ਨਿਧਾਨ ਕਿਹਾ ਹੈ ਗੁਰਬਾਣੀ ਜੀ ਦੇ ਵਿੱਚ। ਰੋਜ਼ਾਨਾ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਨਾਨਕ ਗਾਵੀਐ ਗੁਣੀ ਨਿਧਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਗਾਉਣਾ ਚਾਹੀਦਾ ਹੈ, ਉਸ ਦੇ ਗੁਣਾਂ ਨੂੰ ਗਾਇਨ ਕਰਨਾ ਚਾਹੀਦਾ ਹੈ, ਉਸ ਦੇ ਗੁਣ ਉਚਾਰਨ ਕਰਨੇ ਚਾਹੀਦੇ ਹਨ। ਇਸ ਕਰਕੇ ਵਾਹਿਗੁਰੂ ਨੂੰ ਗੁਣੀ ਨਿਧਾਨ ਕਹਿੰਦੇ ਹਨ। ਤੇ ਸਾਧ ਸੰਗਤ ਜੀ, ਵਾਹਿਗੁਰੂ ਜੀ ਦੇ ਵਿੱਚ ਸਾਰੇ ਹੀ ਗੁਣ ਹਨ ਤੇ ਸਾਰੇ ਔਗਣ ਸਾਡੇ ਵਿੱਚ ਹਨ। ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ। ਸੱਚੇ ਜੋ ਸਾਹਿਬ ਹਨ, ਸਾਹਿਬ ਦਾ ਅਰਥ ਕਰਦੇ ਹਨ, ਸਾ ਦਾ ਅਰਥ ਹੈ ਸਾਰਿਆਂ, ਹਾਹੇ ਦਾ ਅਰਥ ਹੈ ਹਿਰਦੇ ਵਿੱਚ, ਬੱਬਾ ਕੀ ਵਸਿਆ ਹੋਇਆ ਹੈ, ਜੋ ਸਾਰਿਆਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ, ਉਸ ਨੂੰ ਕਹਿੰਦੇ ਹਨ ਸਾਹਿਬ। ਉਹ ਹਨ ਵਾਹਿਗੁਰੂ। ਸਾਚੇ ਸਾਹਿਬ ਸਭ ਗੁਣ, ਵਾਹਿਗੁਰੂ ਜੀ ਦੇ ਵਿੱਚ ਸਾਰੇ ਹੀ ਗੁਣ ਹਨ। ਔਗਣ ਸਭ ਅਸਾਹ, ਸਾਡੇ ਵਿੱਚ ਸਾਰੇ ਔਗਣ ਹਨ। ਸਾਡੇ ਵਿੱਚ ਤਾਂ ਇੰਨੇ ਔਗਣ ਹਨ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ, ਏਡੇ ਸਾਡੇ ਪਾਪ ਹਨ, ਏਡੇ ਔਗਣ ਹਨ, ਤੁਸੀਂ ਸਾਡੇ ਤੇ ਦਇਆ ਕਰੋ, ਤਰਸ ਕਰੋ। ਤੇ ਡੁੱਬਦੇ ਪੱਥਰ ਵੀ ਮਹਾਰਾਜ ਆਪ ਜੀ ਨੇ ਤਾਰ ਦਿੱਤੇ, ਸਾਡੇ ਤੇ ਵੀ ਰਹਿਮਤ ਕਰੋ। ਤੋ ਫਲਗੁਣ ਦਾ ਅਰਥ ਵਿਦਵਾਨ ਮਹਾਪੁਰਸ਼ ਕਰਦੇ ਹਨ ਕਿ ਜੋ ਜਿਸ ਵਾਹਿਗੁਰੂ ਜੀ ਦੇ ਵਿੱਚ ਸਾਰੇ ਗੁਣ ਹਨ, ਉਹ ਗੁਣਾਂ ਦਾ ਖਜ਼ਾਨਾ ਜੋ ਵਾਹਿਗੁਰੂ ਹੈ, ਜਿਹੜੇ ਗੁਰਮੁਖ ਪਿਆਰੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ, ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਦੇ ਹਨ, ਵਾਹਿਗੁਰੂ ਜੀ ਦੇ ਗੁਣਾਂ ਦਾ ਜਾਪ ਕਰਦੇ ਹਨ, ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ, ਆਨੰਦ ਉਪਾਰਜਨਾ। ਉਹਨਾਂ ਦੇ ਹਿਰਦੇ ਵਿੱਚ ਆਨੰਦ ਉਪਾਰਜਨਾ ਦਾ ਅਰਥ ਹੁੰਦਾ ਪੈਦਾ ਹੋ ਜਾਂਦਾ ਹੈ। ਤੇ ਹਰ ਸੱਜਣ ਤੇ ਵਾਹਿਗੁਰੂ ਜਿਹੜੇ ਸੱਜਣ ਹਨ, ਜੋ ਲੋਕ ਪ੍ਰਲੋਕ ਦੇ ਵਿੱਚ ਸੱਜਣ ਹਨ ਵਾਹਿਗੁਰੂ ਜੀ, ਉਹ ਪ੍ਰਗਟੇ ਆਏ, ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ, ਸਾਖਿਆਤ ਹੋ ਜਾਂਦੇ ਹਨ। ਤੋਂ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਸਾਰੀ ਬਾਣੀ ਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਹੀ ਗਾਇਨ ਕੀਤੇ ਹੋਏ ਹਨ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਵੀ ਇਹ ਬਚਨ ਹਨ, ਸਾਚੀ ਬਾਣੀ ਸਦਾ ਗੁਣ ਗਾਵੈ, ਇਸ ਜਨਮੈ ਕਾ ਲਾਹਾ ਹੀ। ਜਿਹੜੇ ਗੁਰਮੁਖ ਪਿਆਰੇ ਸੱਚੀ ਬਾਣੀ ਦੁਆਰਾ ਹਮੇਸ਼ਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ, ਉਹ ਇਸ ਮਨੁੱਖ ਜਨਮ ਦਾ ਲਾਹਾ ਖੱਟ ਕੇ ਸੰਸਾਰ ਤੋਂ ਜਾਂਦੇ ਹਨ। ਮੂਲ ਮੰਤਰ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਸਾਰੇ ਗੁਣ ਹੀ ਹਨ, ਵਿਸ਼ੇਸ਼ ਗੁਣ ਹਨ ਕਿ ਵਾਹਿਗੁਰੂ ਇੱਕ ਹਨ, ਅਦੁੱਤੀ ਹਨ, ਓੰਕਾਰ ਸਭ ਦੇ ਪ੍ਰਕਾਸ਼ਕ ਹਨ, ਸਤ ਕੀ ਤਿੰਨਾਂ ਸਮਿਆਂ 'ਚ ਨਾਸ ਨਹੀਂ ਹੁੰਦੇ ਹਨ, ਤੇ ਨਾਮ ਕੀ ਪ੍ਰਸਿੱਧ ਹਨ, ਫਿਰ ਕਰਤਾ ਕੀ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਹਨ, ਪੁਰਖ ਕੀ ਵਿਆਪਕ ਹਨ, ਨਿਰਭਉ ਭੈ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ, ਨਿਰਵੈਰ ਹਨ ਜਿਨ੍ਹਾਂ ਨੂੰ ਕਿਸੇ ਦੇ ਨਾਲ ਵੈਰ ਨਹੀਂ ਹੈ, ਅਤੇ ਅਕਾਲ ਮੂਰਤ ਕਾਲ ਤੋਂ ਰਹਿਤ ਉਹਨਾਂ ਦਾ ਸਰੂਪ ਹੈ, ਅਜੂਨੀ ਜੂਨਾਂ ਦੇ ਵਿੱਚ ਨਹੀਂ ਆਉਂਦੇ ਹਨ, ਸਹਿਪੰਗ ਸੁਤੇ ਪ੍ਰਕਾਸ਼ ਹਨ,
ਗੁਰ ਚੈਤਨ ਸਰੂਪ ਹਨ, ਪ੍ਰਸਾਦ ਆਨੰਦ ਸਰੂਪ ਹਨ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਪ ਕੀ ਜਪਨੇ ਯੋਗ ਹਨ, ਆਦ ਸੱਚ ਹਨ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ, ਜਦੋਂ ਤੋਂ ਜੁਗਾਂ ਦੀ ਰਚਨਾ ਹੋਈ ਉਦੋਂ ਤੋਂ ਸੱਚ ਸਰੂਪ ਹਨ ਤੇ ਹੈ ਭੀ ਸੱਚ, ਹੁਣ ਵੀ ਸੱਚ ਸਰੂਪ ਹਨ ਤੇ ਨਾਨਕ ਹੋਸੀ ਭੀ ਸੱਚ, ਅੱਗੇ ਨੂੰ ਵੀ ਸੱਚ ਸਰੂਪ ਹੋਵਣਗੇ। ਤੋ ਸਾਧ ਸੰਗਤ ਜੀ, ਇਹ ਮੂਲ ਮੰਤਰ ਵਿੱਚ ਵਾਹਿਗੁਰੂ ਦੇ ਗੁਣ ਹਨ। ਜਦੋਂ ਅਸੀਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਹਾਂ, ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ ਸਾਧ ਸੰਗਤ ਜੀ ਜਦੋਂ ਅਭਿਆਸ ਕਰਾਂਗੇ ਫਿਰ ਆਨੰਦ ਉਪਾਰਜਨਾ, ਸਾਡੇ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਏਗਾ। ਜਾਪ ਸਾਹਿਬ ਦੀ ਬਾਣੀ ਹੈ, ਜਾਪ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੇਅੰਤ ਨਾਮ ਵਾਹਿਗੁਰੂ ਜੀ ਦੇ ਕਥਨ ਕੀਤੇ ਹਨ। ਚਾਚਰੀ ਛੰਦ ਹੈ, ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ, ਇਹ ਵਾਹਿਗੁਰੂ ਦੇ ਗੁਣ ਹਨ। ਗੋਬਿੰਦੇ ਦਾ ਅਰਥ ਹੈ ਜੋ ਗੋ ਕੀ ਇੰਦਰੀਆਂ ਦੀ ਬਿੰਦ ਕੀ ਪਾਲਣਾ ਕਰਨ ਵਾਲੇ ਹਨ। ਮੁਕੰਦੇ, ਜੋ ਕੇਵਲ ਮੋਕਸ਼ ਨੂੰ ਦੇਣ ਵਾਲੇ ਹਨ। ਉਦਾਰੇ, ਜੋ ਖੁੱਲ੍ਹਦਿਲੀ ਦੇ ਨਾਲ ਪਦਾਰਥ ਦੇਣ ਵਾਲੇ ਹਨ। ਸਖੀ ਦਾਤੇ ਹਨ। ਅਪਾਰੇ, ਜਿਨ੍ਹਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਤੇ ਹਰੀਅੰ, ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ। ਕਰੀਅੰ, ਸਾਰੇ ਕਾਰਜਾਂ ਨੂੰ ਕਰਨ ਵਾਲੇ ਹਨ। ਤੇ ਨਿਰਨਾਮੇ, ਆਮ ਨਾਮ ਹੁੰਦਾ ਸਾਧ ਸੰਗਤ ਜੀ ਰੋਗਾਂ ਦਾ। ਆਦਿ ਵਿਆਧੀ ਉਪਾਧੀ, ਰੋਗਾਂ ਤੋਂ ਰਹਿਤ ਹਨ ਤੇ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ। ਤੇ ਅਕਾਮੇ ਦਾ ਅਰਥ ਹੁੰਦਾ ਸਾਧ ਸੰਗਤ ਜੀ ਕਾਮਨਾਵਾਂ ਤੋਂ ਰਹਿਤ ਹਨ, ਅਥਵਾ ਕਾਮ ਕ੍ਰੋਧ ਲੋਭ ਮੋਹ ਵਿਕਾਰ ਤੋਂ ਰਹਿਤ ਉਹਨਾਂ ਦਾ ਸਰੂਪ ਹੈ। ਜਿਹੜਾ ਅਕਾਮੇ ਦਾ ਜਾਪ ਕਰਦਾ ਹੈ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਹਨ। ਤੋ ਸਾਧ ਸੰਗਤ ਜੀ ਸਾਰੀ ਬਾਣੀ ਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਹਨ ਤੇ ਵੈਸੇ ਵਾਹਿਗੁਰੂ ਜੀ ਦੇ ਬੇਅੰਤ ਗੁਣ ਹਨ। ਅਸੀਂ ਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਹਾਡੇ ਕਿਹੜੇ ਕਿਹੜੇ ਗੁਣ ਕਥਨ ਕਰੀਏ। ਦਸਮ ਪਾਤਸ਼ਾਹ ਮਹਾਰਾਜ ਜੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਚਨ ਉਚਾਰਨ ਕਰਦੇ ਹਨ ਕਿ ਜਿਹਬਾ ਕੋਟ ਕੋਟ ਕੋ ਧਰੈ, ਗੁਣ ਸਮੁੰਦਰ ਤਵੈ ਪਾਰ ਨਾ ਪਰੈ। ਕੋਈ ਕਰੋੜਾਂ ਜ਼ਬਾਨਾਂ ਧਾਰਨ ਕਰ ਲਵੇ, ਕਿਸੇ ਦੀਆਂ ਕਰੋੜਾਂ ਜ਼ਬਾਨਾਂ ਹੋਣ ਤੇ ਫਿਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰੇ ਤਾਂ ਦਸਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਉਚਾਰਨ ਕਰਦੇ ਹਨ ਕਿ ਗੁਣ ਸਮੁੰਦਰ ਤਵੈ, ਤੁਸੀਂ ਗੁਣਾਂ ਦੇ ਸਮੁੰਦਰ ਹੋ, ਪਾਰ ਨਾ ਪਰੈ। ਤੁਹਾਡੇ ਗੁਣਾਂ ਦਾ ਪਾਰਾਵਾਰ ਨਹੀਂ ਪਾ ਸਕਦੇ ਹਾਂ, ਅੰਤ ਨਹੀਂ ਪਾਇਆ ਜਾ ਸਕਦਾ ਹੈ। ਤੇ ਵਾਹਿਗੁਰੂ ਜੀ ਦੇ ਵਿੱਚ ਸਭ ਤੋਂ ਵੱਡਾ ਗੁਣ ਉਹ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ ਕਿ ਵਾਹਿਗੁਰੂ ਜੀ ਦੇ ਵਿੱਚ ਇੱਕ ਸਭ ਤੋਂ ਵੱਡਾ ਗੁਣ ਹੈ, ਉਹ ਹੈ ਕਿ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਸਭ ਤੋਂ ਵੱਡਾ ਵਾਹਿਗੁਰੂ ਜੀ ਦੇ ਵਿੱਚ ਇਹ ਗੁਣ ਹੈ ਕਿ ਨਾ ਕੋ ਹੋਆ, ਨਾ ਪਹਿਲਾਂ ਵਾਹਿਗੁਰੂ ਵਰਗਾ ਕੋਈ ਹੋਇਆ ਹੈ, ਨਾ ਹੁਣ ਹੈ, ਨਾ ਕੋ ਹੋਏ, ਨਾ ਅੱਗੇ ਨੂੰ ਕੋਈ ਹੋਵੇਗਾ। ਉਹਨਾਂ ਵਰਗਾ ਹੋਰ ਕੋਈ ਨਹੀਂ ਹੈ। ਉਹ ਇੱਕ ਹਨ, ਅਦੁੱਤੀ ਹਨ, ਲਾਸਾਨੀ ਹਨ, ਬੇਮਿਸਾਲ ਹਨ। ਜਿਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੁਮੇਰ ਪਰਬਤ ਤੇ ਸਿੱਧਾ ਨਾਥਾਂ ਨੇ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਕਰੋੜਾਂ ਹੀ ਬ੍ਰਹਿਮੰਡ ਬਣਾਏ ਹਨ, 84 ਲੱਖ ਜੀਵ ਜੰਤੂ ਬਣਾਏ ਹਨ, ਏਡੀ ਸ੍ਰਿਸ਼ਟੀ ਬਣਾਈ ਹੈ, ਅੰਡਜ ਖਾਣੀ ਹੈ, ਜੀਰਜ ਹੈ, ਉਤਭੁਜ ਹੈ, ਸੇਤਜ ਹੈ, ਨਾਨਾ ਤਰ੍ਹਾਂ ਦੀ ਵਾਹਿਗੁਰੂ ਜੀ ਨੇ ਰਚਨਾ ਕੀਤੀ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨੁ ਪਾਈ, ਰੰਗਾਂ ਰੰਗਾਂ ਦੀ, ਭਾਤਾਂ ਭਾਤਾਂ ਦੀ, ਜਿਨਸਾਂ ਦੀ, ਨਸਲਾਂ ਦੀ ਮਾਇਆ ਦੁਆਰਾ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਪਰ ਕੋਈ ਐਸੀ ਚੀਜ਼ ਵੀ ਹੈ ਕਿ ਜਿਹੜੀ ਵਾਹਿਗੁਰੂ ਤੋਂ ਬਣੀ ਨਾ ਹੋਵੇ।
ਤਾਂ ਉਸ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਸੀ ਕਿ ਐ ਸਿੱਧੋ ਨਾਥੋ, ਇੱਕ ਚੀਜ਼ ਵਾਹਿਗੁਰੂ ਤੋਂ ਨਹੀਂ ਬਣੀ ਹੈ। ਔਰ ਮਹਾਰਾਜ ਜੀ ਨੇ ਬਚਨ ਕਹੇ ਸੀ, ਸਿੱਧਨਾਥ ਕਹਿਣ ਲੱਗੇ ਉਹ ਕਿਹੜੀ ਚੀਜ਼ ਹੈ ਜਿਹੜੀ ਵਾਹਿਗੁਰੂ ਤੋਂ ਦੂਸਰੀ ਨਹੀਂ ਬਣੀ। ਤਾਂ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਸੀ ਕਿ ਵਾਹਿਗੁਰੂ ਤੋਂ ਦੂਸਰਾ ਵਾਹਿਗੁਰੂ ਨਹੀਂ ਬਣਿਆ ਹੈ, ਉਹ ਇੱਕ ਹੀ ਹਨ, ਉਹਨਾਂ ਵਰਗਾ ਹੋਰ ਕੋਈ ਨਹੀਂ ਹੈ। ਤਾਂ ਸਭ ਤੋਂ ਵੱਡਾ ਗੁਣ ਇਹੀ ਹੈ ਕਿ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੁਆ ਨਾ ਕੋ ਹੋਏ। ਜੇ ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਾਂਗੇ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ। ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਿਰਾਸ ਹਰ ਨਾਮ ਸੰਭਾਲ। ਕਿ ਜੇ ਤੁਸੀਂ ਗੁਣ ਗਾਓਗੇ, ਗੁਣ ਗਾਵਤ ਤੇਰੀ ਉਤਰਸ ਮੈਲ, फिर जन्मा जन्मांतरा की जिहड़ी मैल है, जन्म जन्म की इस मन को मल लागी काला हुआ स्याहू, ईर्खा दी, विकारां दी, निंदिया चुगली दी, झूठ दी, छल कपट दी, ये सारियां मैलां हन। जे साध संगत जी गुणां नूं उचारण करांगे ते मैल लथ जांदी है। बिन सजाए हउमੈ बिख फैल, ते जिहड़ी हउमੈ अंदर जहर वांग फैली हुई है, मैं ही करी जांदा बंदा। ਤੇ ਸਾਧ ਸੰਗਤ ਜੀ ਇਹ ਮੈਂ ਹਉਮੈ ਜਿਹਨੂੰ ਦੀਰਘ ਰੋਗ ਕਿਹਾ ਹੈ, ਜੇ ਅਸੀਂ ਗੁਣ ਗਾਵਾਂਗੇ ਤੇ ਹਉਮੈ ਦੂਰ ਹੋ ਜਾਏਗੀ। ਫਿਰ ਹੋਏ ਅਚਿੰਤ ਵਸੈ ਸੁਖ ਨਾਲ, ਚਿੰਤਾ ਤੋਂ ਰਹਿਤ ਹੋ ਜਾਏਗਾ ਤੇ ਸੁਖ ਨਾਲ ਵਸੇਗਾ। ਤੇ ਇਸ ਤਰ੍ਹਾਂ ਸਾਸ ਗਿਰਾਸ ਹਰ ਨਾਮ ਸਮਾਲ, ਮਹਾਰਾਜ ਕਹਿੰਦੇ ਸਵਾਸ ਗਿਰਾਸ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰੋ। ਤੇ ਜਿਹੜੇ ਵਾਹਿਗੁਰੂ ਦੇ ਗੁਣ ਨਹੀਂ ਨਾ ਗਾਉਂਦੇ, ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਉਂਦੇ ਹਨ, ਉਹਨਾਂ ਦਾ ਜਨਮ ਅਕਾਰਥ ਹੈ, ਵਿਅਰਥ ਹੈ, ਉਹਨਾਂ ਦਾ ਜਨਮ ਸਫਲਾ ਨਹੀਂ ਹੈ। ਇੱਕ ਥਾਂ ਤੇ ਮਹਾਰਾਜ ਸਾਹਿਬ ਜੀ ਨੇ, ਭਗਤ ਕਬੀਰ ਸਾਹਿਬ ਜੀ ਨੇ ਇਹ ਬਚਨ ਕੀਤੇ ਹਨ, ਜੇ ਹੁਣ ਤੂੰ ਮਨੁੱਖ ਜਨਮ ਦੇ ਵਿੱਚ ਵਾਹਿਗੁਰੂ ਦੇ ਗੁਣ ਨਹੀਂ ਗਾਏਗਾ ਤੇ ਫਿਰ ਉਦੋਂ ਗਾਏਗਾ ਜਦੋਂ ਪਸ਼ੂ ਬਣ ਗਿਆ। ਔਰ ਕਬੀਰ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ ਕਿ ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਜਦੋਂ ਤੇਰੇ ਚਾਰ ਪੈਰ ਹੋਏ, ਦੋਏ ਸਿੰਘ ਤੇਰੇ ਦੋ ਸਿਰ ਤੇ ਸਿੰਘ ਹੋਏ, ਗੁੰਗ ਮੁਖ ਤੇਰੇ ਮੁਖ ਤੋਂ ਕੁਝ ਬੋਲਿਆ ਨਾ ਗਿਆ, ਤਬ ਕੈਸੇ ਗੁਣ ਗਈ ਹੈ। ਤਦੋਂ ਕਿਵੇਂ ਗੁਣ ਗਾਏਗਾ, ਤਦੋਂ ਕਿਵੇਂ ਮੂਲ ਮੰਤਰ ਦਾ ਜਾਪ ਕਰੇਗਾ, ਬਾਣੀ ਪੜ੍ਹੇਗਾ। ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ हुई है, फाटे नाकन टूटे कादन, कोदो को पुसखई है। जे वाहिगुरु दे गुण नहीं गाए फिर बलद बनेगा। तो साध संगत जी महाराज साहब जी यही फरमाते हैं फलगुण महीने द्वारा कि मनुष्य जन्म मिलिया है तो फिर गुणा नूं उचारण करो। सारी बाणी विच गुण हन। मूल मंत्र का अभ्यास करो, चाचरी छंद का अभ्यास करो, जाप साहब के पाठ करो, चौपई साहब के पाठ करो। ये सारे वाहिगुरु के गुण ही गाने हैं। ते जदों गुण गावांगे उहदा फल की है, तो महाराज कहते फल गुण गुणा नूं गाओगे उहदा फल ये प्राप्त होएगा कि आनंद उपार्जना, हिरदे विच आनंद पैदा हो जाएगा। ਅਤੇ ਹਰ ਸੱਜਣ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਪ੍ਰਗਟੇ ਆਏ, ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਣਗੇ। ਕਿਉਂਕਿ ਵਾਹਿਗੁਰੂ ਸਾਡੇ ਅੰਦਰ ਹਨ ਪਰ ਪ੍ਰਗਟ ਨਹੀਂ ਹਨ। ਜਿਵੇਂ ਜਿਵੇਂ ਅਸੀਂ ਸਿਮਰਨ ਕਰਾਂਗੇ, ਜਿਵੇਂ ਜਿਵੇਂ ਅਭਿਆਸ ਕਰਾਂਗੇ, ਉਵੇਂ ਸਾਧ ਸੰਗਤ ਜੀ ਵਾਹਿਗੁਰੂ ਨੇ ਅੰਦਰੋਂ ਹੀ ਪ੍ਰਗਟ ਹੋਣਾ ਹੈ।
ਤਾਂ ਮਹਾਰਾਜ ਜੀ ਫਰਮਾਉਂਦੇ ਹਨ ਜਿਹੜੇ ਗੁਣਾਂ ਨੂੰ ਉਚਾਰਨ ਕਰਦੇ ਨੇ ਉਹਨਾਂ ਨੂੰ ਇਹ ਫਲ ਮਿਲਦਾ ਹੈ ਕਿ ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਆਨੰਦ ਇੱਕ ਐਸੀ ਅਵਸਥਾ ਹੈ ਜੋ ਸਿਮਰਨ ਦੀ ਸਿਖਰ ਵਾਲੀ ਅਵਸਥਾ ਹੈ, ਉਹ ਆਨੰਦ ਹੈ। ਜੇ ਆਨੰਦ ਦੀ ਪਰਿਭਾਸ਼ਾ ਕਥਨ ਕਰਨੀ ਹੋਵੇ ਤਾਂ ਅਸੀਂ ਸਿਰਫ ਇੰਨਾ ਹੀ ਕਹਿ ਸਕਦੇ ਹਾਂ, ਇੱਕ ਮਹਾਨ ਮਸਤੀ, ਇੱਕ ਮਹਾਨ ਸਰੂਰ, ਇੱਕ ਅਲੌਕਿਕ ਰਸ, ਇੱਕ ਮਹਾਨ ਖੇੜਾ, 24 ਘੰਟੇ ਇੱਕ ਰਸ ਅਵਸਥਾ ਰਹਿਣੀ, ਉਹ ਆਨੰਦ ਹੈ। ਸਾਧ ਸੰਗਤ ਜੀ, ਆਨੰਦ ਦਾ ਸਾਧ ਸੰਗਤ ਜੀ ਕੋਈ ਵਿਪਰੀਤ ਸ਼ਬਦ ਨਹੀਂ ਹੈ। ਜਿਵੇਂ ਦੁੱਖ ਦਾ ਸੁੱਖ ਹੈ, ਖੁਸ਼ੀ ਗਮੀ ਹੈ, ਊਚ ਨੀਚ ਹੈ, ਦਿਨ ਰਾਤ ਹੈ, ਲੇਕਿਨ ਆਨੰਦ ਇੱਕ ਰਸ ਅਵਸਥਾ ਹੈ, ਇਸ ਦਾ ਵਿਪਰੀਤ ਕੋਈ ਸ਼ਬਦ ਨਹੀਂ ਹੈ। ਤੇ ਸਾਧ ਸੰਗਤ ਜੀ, ਵੈਸੇ ਜਿਹਨੂੰ ਆਨੰਦ ਆਇਆ ਹੈ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਉਹੀ ਦੱਸ ਸਕਦਾ ਹੈ। ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਜੇ ਗੂੰਗੇ ਬੰਦੇ ਨੂੰ ਗੁੜ ਖਵਾ ਦੋ, ਉਹਨੂੰ ਪੁੱਛੋ ਵੀ ਤੂੰ ਦੱਸ ਕਿ ਇਹਦਾ ਕੀ ਟੇਸਟ ਹੈ, ਕੀ ਮਿਠਾਸ ਹੈ, ਤਾਂ ਗੂੰਗਾ ਬੰਦਾ ਕਿੱਥੋਂ ਦੱਸ ਦੇਗਾ। ਭਗਤ ਕਬੀਰ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ ਹੈ ਕਿ ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਹੜੀ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਹੈ, ਉਸ ਦਾ ਕੀ ਅਨੁਮਾਨ ਦਸੀਏ, ਕੀ ਅੰਦਾਜ਼ਾ ਦਸੀਏ ਕਿ ਉਹ ਆਨੰਦ ਕਿਸ ਤਰ੍ਹਾਂ ਦਾ ਹੈ। ਕਹਿਬੇ ਕੋ ਸੋਭਾ ਨਹੀਂ, ਗੱਲਾਂ ਨਾਲ ਨਹੀਂ ਗੱਲ ਹੋ ਸਕਦੀ ਹੈ, ਉਹ ਦੇਖਾ ਹੀ ਪ੍ਰਵਾਨ। ਉਹ ਤਾਂ ਰਸ, ਉਹ ਆਨੰਦ ਮਾਣਿਆ ਜਾ ਸਕਦਾ ਹੈ, ਉਹ ਜਿਨ੍ਹਾਂ ਨੇ ਦੇਖਿਆ ਹੈ। ਅਣਦੋ ਅਣਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਉਹੀ ਉਸ ਨੂੰ ਮਾਣ ਸਕਦੇ ਹਨ। ਆਨੰਦ ਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਜਿਨ੍ਹਾਂ ਨੂੰ ਆਨੰਦ ਆਉਂਦਾ ਹੈ ਨਾ ਸਾਧ ਸੰਗਤ ਜੀ, ਉਹਨਾਂ ਵਾਸਤੇ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, ਬੁਰਾ ਨਾਹੀ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ, ਸੋਗ ਨਾਹੀ ਸਦਾ ਹਰਖੀ ਹੈ ਰੇ, ਛੋੜ ਨਹੀਂ ਕਿਛ ਲਿਤੈ, ਕਹੋ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਜਿਨ੍ਹਾਂ ਨੂੰ ਆਨੰਦ ਆਉਂਦਾ ਨਾ, ਮਹਾਰਾਜ ਕਹਿੰਦੇ ਹਨ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਉਹਨਾਂ ਨੂੰ ਦੁੱਖ ਨਹੀਂ ਲੱਗਦਾ, ਉਹ ਹਮੇਸ਼ਾ ਸੁੱਖ ਦੇ ਵਿੱਚ ਹੀ ਰਹਿੰਦੇ ਹਨ। ਉਹ ਕਹਿੰਦੇ ਚੜ੍ਹਦੀ ਕਲਾ ਹੀ ਹੈ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, ਉਹ ਇੱਕੋ ਇੱਕ ਵਾਹਿਗੁਰੂ ਨੂੰ ਨੇਤਰਾਂ ਦੇ ਨਾਲ ਦੇਖਦੇ ਹਨ, ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦੇ ਹੀ ਦਰਸ਼ਨ ਕਰਦੇ ਹਨ। ਤੇ ਜਿਨ੍ਹਾਂ ਨੂੰ ਆਨੰਦ ਆਉਂਦਾ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ, ਉਹਨਾਂ ਨੂੰ ਕੋਈ ਬੁਰਾ ਨਹੀਂ ਲੱਗਦਾ, ਉਹ ਕਹਿੰਦੇ ਸਭ ਭਲਾ ਹੀ ਹੈ, ਤੇ ਉਹ ਹਾਰਦੇ ਨਹੀਂ, ਉਹ ਜਿੱਤ ਕੇ ਜਾਂਦੇ ਹਨ। ਤੇ ਸੋਗ ਨਾਹੀ ਸਦਾ ਹਰਖੀ ਹੈ ਰੇ, ਛੋੜ ਨਾਹੀ ਕਿਛ ਲਿਤੈ, ਉਹ ਸੋਗ ਦੇ ਵਿੱਚ ਨਹੀਂ ਜਾਂਦੇ, ਚਿੰਤਾ ਵਿੱਚ ਨਹੀਂ ਜਾਂਦੇ, ਸਦਾ ਹਰਖੀ ਹੈ ਰੇ, ਸਦਾ ਪ੍ਰਸੰਨ ਰਹਿੰਦੇ ਹਨ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ। ਛੋੜ ਨਾਹੀ ਕਿਛ ਲਿਤੈ, ਨਾ ਉਹ ਪਦਾਰਥਾਂ ਨੂੰ ਛੱਡਦੇ ਹਨ, ਨਾ ਪਕੜਦੇ ਹਨ, ਨਾ ਉਹਨਾਂ ਦੀ ਗ੍ਰਹਿਣ ਕਰਨ ਦੀ ਬਿਰਤੀ ਹੈ, ਨਾ ਤਿਆਗਣ ਦੀ ਬਿਰਤੀ ਹੈ, ਇੱਕ ਰਸ ਹਨ। ਤੇ ਐਸੇ ਜਿਨ੍ਹਾਂ ਨੂੰ ਆਨੰਦ ਆਇਆ ਹੈ, ਤਾਂ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ, ਕਹੋ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਉਹ ਹਰੀ ਦੇ ਜਨ ਵਾਹਿਗੁਰੂ ਰੂਪ ਹੋ ਗਏ ਹਨ, ਤੇ ਉਹ ਕਦੋਂ ਆਉਂਦੇ ਹਨ, ਕਦੋਂ ਜਾਂਦੇ ਹਨ, ਉਹ ਜਨਮ ਮਰਨ ਵਿੱਚ ਨਹੀਂ ਹਨ। ਉਹ ਜਨਮ ਮਰਨ ਦੋਹ ਮਹਿ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਉਹਨਾਂ ਦੇ ਉੱਤੇ ਜਨਮ ਮਰਨ ਦਾ ਨਿਯਮ ਨਹੀਂ ਹੈ। ਤੋ ਸਾਧ ਸੰਗਤ ਜੀ, ਜਿਨ੍ਹਾਂ ਨੂੰ ਆਨੰਦ ਆ ਜਾਂਦਾ ਹੈ ਨਾ, ਉਹਨਾਂ ਦੇ ਅੱਗੇ ਸਾਰੇ ਪਦਾਰਥ ਰੱਖ ਦੋ, ਭਾਵੇਂ 2 ਜਹਾਨਾਂ ਦੀ ਬਾਦਸ਼ਾਹਤ ਦੇ ਦੋ, ਉਹ ਵਿਅਰਥ ਹੀ ਸਮਝਦੇ ਹਨ।
ਜਿਸ ਤਰ੍ਹਾਂ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਇਹ ਬਚਨ ਉਚਾਰਨ ਕੀਤੇ ਹਨ, ਇਹ ਸ਼ੇਅਰ ਉਚਾਰਨ ਕੀਤਾ ਹੈ ਕਿ ਬਾਦਸ਼ਾਹੀਏ ਦੋ ਜਹਾਂ, ਸ਼ੋਰੋ ਗੌਗਾ ਬੇਸ਼ ਨੀਸਤ, ਪੇਸ਼ੇ ਦਰਵੇਸ਼ੇ ਊ ਕਿ ਅਜ਼ਮੁੱਦਾ ਹਾਦ ਗੁਜ਼ਸ਼ਤ। ਕਿ ਦੋ ਜਹਾਨਾਂ ਦੀ ਬਾਦਸ਼ਾਹਤ ਵੀ, ਬਾਦਸ਼ਾਹੀਏ ਦੋ ਜਹਾਂ, ਸ਼ੋਰੋ ਗੌਗਾ ਬੇਸ਼ ਨੀਸਤ, ਰੌਲੇ ਰੱਪੇ ਤੋਂ ਸਿਵਾ ਕੁਝ ਨਹੀਂ ਸਮਝਦੇ। ਉਹ ਕਹਿੰਦੇ ਇਹਨਾਂ ਦੋ ਜਹਾਨਾਂ ਦੀ ਬਾਦਸ਼ਾਹਤ ਵਿੱਚ ਫਸਣਾ ਹੀ ਹੈ। ਪਰ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਹਰੇਕ ਬੰਦਾ ਤਿਆਗੀ ਨਹੀਂ ਹੁੰਦਾ, ਸਾਰੇ ਪਦਾਰਥਾਂ 'ਚ ਆਨੰਦ ਲੱਭਦੇ ਹਨ। ਤਾਂ ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਪੇਸ਼ੇ ਦਰਵੇਸ਼ੇ ਊ, ਇਹ ਸੰਤ ਦੀ ਅਵਸਥਾ ਦੱਸ ਰਹੇ ਹਾਂ ਕਿ ਸੰਤ ਐਸੇ ਹੁੰਦੇ ਹਨ, ਪੇਸ਼ੇ ਦਰਵੇਸ਼ੇ ਊ ਕਿ ਅਜ਼ਮੁੱਦਾ ਹਾਦ ਗੁਜ਼ਸ਼ਤ, ਜਿਹੜੇ ਕਾਮਨਾਵਾਂ ਤੋਂ ਅੱਗੇ ਲੰਘ ਗਏ ਹਨ, ਜਿਨ੍ਹਾਂ ਦੀ ਕੋਈ ਇੱਛਾ ਨਹੀਂ, ਕੋਈ ਕਾਮਨਾ ਨਹੀਂ ਹੈ, ਉਹ ਆਪਣੇ ਆਨੰਦ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਜਾਂ ਆਨੰਦ ਦੀ ਪਰਿਭਾਸ਼ਾ ਇੱਕ ਉਰਦੂ ਦੇ ਸ਼ਾਇਰ ਨੇ ਵੀ ਕੀਤੀ ਹੈ ਕਿ राजी हैं हम उसी में जिसमें उसकी रजा है, यहाँ यूं भी वाह वाह है, यहाँ यूं भी वाह वाह है। कि जिन्हां नूं आनंद आया हुंदा है वो वाहिगुरू दे भाणे विच रहिंदे हन, ते जे दुख आ जे वो कहंदे हन यहाँ यूं भी वाह वाह है। दुख विच भी आनंद है ते यहाँ यूं भी वाह वाह है, सुख विच भी आनंद है। ਉਹ ਦੁੱਖ ਦੇ ਵਿੱਚ ਗਿਲੇ ਸ਼ਿਕਵੇ ਨਹੀਂ ਕਰਦੇ, ਦੁਹਾਈਆਂ ਨਹੀਂ ਪਾਉਂਦੇ, ਤੇ ਸੁੱਖ ਦੇ ਵਿੱਚ ਸ਼ਹਿਨਾਈਆਂ ਨਹੀਂ ਵਜਾਉਂਦੇ, ਭੰਗੜੇ ਨਹੀਂ ਪਾਉਂਦੇ, ਉਹ ਇੱਕ ਰਸ ਰਹਿੰਦੇ ਹਨ। ਉਹ ਦੁੱਖ ਨੂੰ ਵੀ ਵੈਲਕਮ ਕਹਿੰਦੇ ਹਨ ਤੇ ਸੁੱਖ ਨੂੰ ਵੀ ਵੈਲਕਮ ਕਹਿੰਦੇ ਹਨ, ਤੇ ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ 'ਚ ਤੇ ਸੁੱਖ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਸੰਸਕ੍ਰਿਤ ਦੇ ਗ੍ਰੰਥ ਦੇ ਵਿੱਚ ਵੀ ਮਹਾਂਪੁਰਸ਼ਾਂ ਨੇ ਆਨੰਦ ਦੀ ਪਰਿਭਾਸ਼ਾ ਕਥਨ ਕੀਤੀ ਹੈ ਕਿ ਆਨੰਦ ਕੀ ਹੈ। ਤਾਂ ਉਹ ਮਹਾਂਪੁਰਸ਼ ਕਥਨ ਕਰਦੇ ਹਨ ਕਿ ਯੋਗ ਰਤੋ ਵਾ ਭੋਗ ਰਤੋ ਵਾ ਸੰਗ ਰਤੋ ਵਾ ਸੰਗ ਵਿਹੀਣః ਤਸਯਾ ਬ੍ਰਹਮਣੀ ਰਮਤੇ ਚਿੱਤਮ ਨੰਦਤੀ 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 ਜੇਵਾ। ਉਹ ਮਹਾਂਪੁਰਸ਼ ਆਨੰਦ ਦੀ ਪਰਿਭਾਸ਼ਾ ਕਥਨ ਕਰਦੇ ਹਨ ਕਿ ਜਿਹਨੂੰ ਆਨੰਦ ਆਉਂਦਾ ਨਾ ਉਹ ਯੋਗ ਰਤੋ ਵਾ, ਭਾਵੇਂ ਉਹ ਯੋਗੀ ਹੈ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਯੋਗ ਦੇ 8 ਅੰਗ ਹਨ ਤੇ ਸਾਧ ਸੰਗਤ ਜੀ ਜੇ ਯੋਗ ਕਰਦਾ ਹੈ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਯੋਗ ਰਤੋ ਵਾ ਭੋਗ ਰਤੋ ਵਾ, ਅਗਰ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ, ਪ੍ਰਵਿਰਤੀ ਦੇ ਵਿੱਚ ਹੈ, ਜ਼ਿੰਮੇਵਾਰੀਆਂ ਨਿਭਾਉਂਦਾ ਹੈ ਤਾਂ ਵੀ ਰੱਬ ਨਾਲ ਜੁੜਿਆ ਹੋਇਆ ਹੈ। ਤੇ ਸੰਗ ਰਤੋ ਵਾ, ਜੇ ਸੰਗਤ ਵਿੱਚ ਬੈਠਾ ਹੈ ਤਾਂ ਵੀ ਜੁੜਿਆ ਹੋਇਆ ਹੈ। ਸੰਗ ਵਿਹੀਨ, ਅਗਰ ਕੱਲਾ ਬੈਠਾ ਹੋਇਆ ਹੈ ਤਾਂ ਵੀ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ। ਤਸਿਆ ਬ੍ਰਹਮਣੀ ਰਮਤੇ ਚਿੱਤਮ, ਮਹਾਂਪੁਰਸ਼ ਕਹਿੰਦੇ ਹਨ ਜਿਸ ਦਾ ਚਿੱਤ ਹਰ ਸਮੇਂ ਕੱਲੇ ਵੀ ਰੱਬ ਨਾਲ ਜੁੜਿਆ ਹੋਇਆ ਹੈ, ਸੰਗਤ ਵਿੱਚ ਵੀ ਰੱਬ ਨਾਲ ਜੁੜਿਆ ਹੋਇਆ ਹੈ, ਖੁਸ਼ੀ ਵਿੱਚ ਵੀ ਰੱਬ ਨਾਲ ਜੁੜਿਆ ਹੋਇਆ ਹੈ, ਗਮੀ ਦੇ ਵਿੱਚ ਵੀ ਰੱਬ ਨਾਲ ਜੁੜਿਆ ਹੋਇਆ ਹੈ। ਕਹਿੰਦੇ ਨੰਦਤੀ 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 ਏਵਾ, ਉਹੀ ਆਨੰਦ ਵਿੱਚ ਹੈ, ਉਹੀ ਆਨੰਦ ਵਿੱਚ ਹੈ, ਸਿਰਫ ਉਹੀ ਆਨੰਦ ਵਿੱਚ ਹੈ। ਤੋ ਕਹਿਣ ਦਾ ਮਤਲਬ ਇਹ ਹੈ ਸਾਧ ਸੰਗਤ ਜੀ ਕਿ ਮਹਾਰਾਜ ਸਾਹਿਬ ਜੀ ਆਨੰਦ ਦੀ ਵਿਚਾਰ ਕਥਨ ਕਰਦੇ ਹਨ, ਕਿਉਂਕਿ ਜਦੋਂ ਚੇਤ ਦਾ ਮਹੀਨਾ ਆਰੰਭ ਹੁੰਦਾ ਹੈ ਉਦੋਂ ਵੀ ਮਹਾਰਾਜ ਨੇ ਆਨੰਦ ਦੀ ਗੱਲ ਕੀਤੀ ਹੈ। ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਘਣਾ, ਉੱਥੇ ਘਣਾ ਆਨੰਦ ਦੀ ਗੱਲ ਕੀਤੀ ਹੈ। ਔਰ ਅਖੀਰਲੇ ਮਹੀਨੇ ਦੇ ਵਿੱਚ ਵੀ ਮਹਾਰਾਜ ਜੀ ਨੇ ਆਨੰਦ ਦੀ ਗੱਲ ਕੀਤੀ ਹੈ, ਕਿਉਂਕਿ ਸਿਮਰਨ ਦੀ ਸਿਖਰ ਅਵਸਥਾ ਹੈ ਆਨੰਦ। ਤੋ ਮਹਾਰਾਜ ਜੀ ਕਹਿੰਦੇ ਹਨ ਕਿ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ, ਉਹਨਾਂ ਦੇ ਅੰਦਰ ਆਨੰਦ ਉਪਾਰਜਨਾ ਕੀ ਪੈਦਾ ਹੋ ਜਾਂਦਾ ਹੈ, ਤੇ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਸਾਧ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਦੁੱਖ ਵੀ ਆਉਂਦੇ ਹਨ ਤੇ ਸੁੱਖ ਵੀ ਆਉਂਦੇ ਹਨ, ਦੁੱਖ ਵੀ ਬਤੀਤ ਹੋ ਜਾਂਦੇ ਹਨ ਤੇ ਸੁੱਖ ਵੀ ਬਤੀਤ ਹੋ ਜਾਂਦੇ ਹਨ, ਪਰ ਆਨੰਦ ਜਿਹੜਾ ਹੈ ਉਹ ਇੱਕ ਰਸ ਰਹਿੰਦਾ ਹੈ।
ਇਸ ਦੇ ਸੰਬੰਧ ਵਿੱਚ ਇੱਕ ਬੜੀ ਸੋਹਣੀ ਵਾਰਤਾ ਹੈ ਕਿ ਇੱਕ ਸਾਧੂ ਮਹਾਪੁਰਸ਼ਾਂ ਦੇ ਕੋਲ ਕਿਸੇ ਰਾਜੇ ਨੇ ਬੇਨਤੀ ਕੀਤੀ। ਜੋ ਰਾਜਾ ਸੰਤਾਂ ਦਾ ਸੇਵਕ ਸੀ ਤੇ ਮਹਾਪੁਰਸ਼ਾਂ ਨੂੰ ਕਹਿਣ ਲੱਗਿਆ ਵੀ ਮਹਾਪੁਰਸ਼ੋ, ਕੋਈ ਐਸੀ ਪੰਕਤੀ ਦਿਓ ਜਿਹੜੀ ਸੁੱਖ ਵੇਲੇ ਵੀ ਕੰਮ ਆਵੇ ਤੇ ਦੁੱਖ ਵੇਲੇ ਵੀ ਕੰਮ ਆਵੇ। ਉਹ ਮਹਾਪੁਰਸ਼ ਕਮਾਈ ਵਾਲੇ ਸੀ। ਉਹ ਕਹਿੰਦੇ ਰਾਜਨ, ਮੈਂ ਤੈਨੂੰ ਇੱਕ ਨਾ ਪਰਚੀ ਦੇ ਉੱਤੇ ਲਿਖ ਕੇ ਇੱਕ ਪੰਕਤੀ ਦਿੰਦਾ ਹਾਂ, ਪਰ ਤੂੰ ਉਹ ਖੋਲ੍ਹਣੀ ਨਹੀਂ ਹੈ। ਜਦੋਂ ਤੇਰੇ ਉੱਤੇ ਕੋਈ ਦੁੱਖ ਆਵੇ ਜਾਂ ਸੁੱਖ ਆਵੇ, ਉਦੋਂ ਖੋਲ ਕੇ ਉਸ ਪੰਕਤੀ ਨੂੰ ਦੇਖਣਾ ਹੈ। ਤੇ ਸਾਧ ਸੰਗਤ ਜੀ, ਸਮਾਂ ਪਾ ਕੇ ਉਹ ਰਾਜੇ ਤੇ ਕੋਈ ਐਸਾ ਦੁੱਖ ਦਾ ਸਮਾਂ ਆਇਆ ਤੇ ਉਹ ਬਹੁਤ ਦੁਖੀ ਹੋਇਆ ਤੇ ਮਨ ਉਦਾਸ ਸੀ ਉਸਦਾ। ਉਹਦੇ ਮਨ ਦੇ ਵਿੱਚ ਫਿਰ ਇਹ ਚੇਤੇ ਆਇਆ ਕਿ ਮਹਾਪੁਰਸ਼ਾਂ ਨੇ ਮੈਨੂੰ ਇੱਕ ਪਰਚੀ ਲਿਖ ਕੇ ਦਿੱਤੀ ਸੀ ਤੇ ਮੈਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਐਸੀ ਪੰਕਤੀ ਦਿਓ ਜਿਹੜੀ ਦੁੱਖ ਵਿੱਚ ਵੀ ਕੰਮ ਆਵੇ ਤੇ ਸੁੱਖ ਵਿੱਚ ਵੀ ਕੰਮ ਆਵੇ। ਤਾਂ ਉਸ ਨੇ ਉਹ ਪਰਚੀ ਖੋਲ ਕੇ ਜਦੋਂ ਦੇਖਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਇਹ ਸਮਾਂ ਸਦਾ ਨਹੀਂ ਰਹੇਗਾ, ਬਤੀਤ ਹੋ ਜਾਵੇਗਾ। ਇੰਨਾ ਹੀ ਲਿਖਿਆ ਹੋਇਆ ਸੀ ਕਿ ਦੁੱਖ ਦਾ ਸਮਾਂ ਸਦਾ ਨਹੀਂ ਰਹੇਗਾ, ਬਤੀਤ ਹੋ ਜਾਏਗਾ। ਤੇ ਸੁੱਖ ਦੇ ਵਿੱਚ ਵੀ ਲਿਖਿਆ ਕਿ ਸੁੱਖ ਦਾ ਸਮਾਂ ਸਦਾ ਨਹੀਂ ਰਹੇਗਾ, ਬਤੀਤ ਹੋ ਜਾਏਗਾ। ਭਾਵ ਕਿ ਦੁੱਖ ਵੀ ਚਲੇ ਜਾਂਦੇ ਆ, ਸੁੱਖ ਵੀ ਚਲੇ ਜਾਂਦੇ ਆ, ਪਰ ਆਨੰਦ ਨਹੀਂ ਜਾਂਦਾ ਹੈ। ਆਨੰਦ ਇੱਕ ਰਸ ਅਵਸਥਾ ਹੈ। ਕਈ ਵਾਰ ਅਸੀਂ ਸੁੱਖ ਨੂੰ ਹੀ ਆਨੰਦ ਸਮਝ ਲੈਂਦੇ ਹਾਂ। ਆਨੰਦ ਦੀ ਵੈਸੇ ਅਸੀਂ ਪਰਿਭਾਸ਼ਾ ਬਹੁਤ ਹਲਕੇ ਦਰਜੇ ਦੀ ਕੀਤੀ ਹੈ। ਕੋਈ ਧਨ ਦੀ ਪ੍ਰਾਪਤੀ ਹੋ ਜਾਵੇ ਜਾਂ ਵਿਦੇਸ਼ ਚਲੇ ਜਾਈਏ ਜਾਂ ਕੋਈ ਵਸਤਰ ਹੀ ਮਿਲ ਜਾਣ ਵਧੀਆ ਜਾਂ ਕੋਈ ਨਾਟਕ ਚੇਟਕ ਦੇਖਣ ਨੂੰ ਮਿਲ ਜਾਣ, ਕੋਈ ਫਿਲਮਾਂ ਜਾਂ ਕੋਈ ਸੀਰੀਅਲ ਵਗੈਰਾ ਦੇਖ ਕੇ ਕਹਿੰਦੇ ਆ ਵੀ ਬੜਾ ਹੀ ਆਨੰਦ ਆਇਆ ਜਾਂ ਘੁੰਮ ਫਿਰ ਕੇ ਹੀ ਆਨੰਦ ਆ ਗਿਆ। ਪਰ ਸਾਧ ਸੰਗਤ ਜੀ, ਇਹ ਆਨੰਦ ਨਹੀਂ, ਇਹ ਖੁਸ਼ੀ ਹੈ, ਪਰ ਥੋੜੇ ਸਮੇਂ ਵਾਸਤੇ ਹੈ। ਪਲ ਦੋ ਪਲ ਦੀ ਖੁਸ਼ੀ ਹੈ, ਇਹਨੂੰ ਆਨੰਦ ਨਹੀਂ ਕਹਿ ਸਕਦੇ ਹਾਂ। ਜਿਸ ਆਨੰਦ ਦੀ ਗੱਲ ਗੁਰੂ ਸਾਹਿਬ ਜੀ ਇੱਥੇ ਕਰ ਰਹੇ ਹਨ ਉਹ ਹੈ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਉਹ ਆਨੰਦ ਕਦੀ ਖਤਮ ਨਹੀਂ ਹੁੰਦਾ ਹੈ। ਜਿਵੇਂ ਜਿਨ੍ਹਾਂ ਨੂੰ ਆਨੰਦ ਆਇਆ ਤੇ ਭਾਵੇਂ ਉਹ ਝੌਂਪੜੀ ਵਿੱਚ ਵੀ ਹਨ, ਭਾਵੇਂ ਉਹਨਾਂ ਕੋਲ ਕੋਈ ਵੀ ਪਦਾਰਥ ਨਹੀਂ ਹੈ, ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਹਨ। ਇਹ ਬਚਨ ਅਸੀਂ ਗੁਰਬਾਣੀ ਜੀ ਦੇ ਵਿੱਚ ਪੜ੍ਹਦੇ ਹਾਂ। ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਏਠ, ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਭਾਵੇਂ ਉਹ ਝੌਂਪੜੀ 'ਚ ਰਹਿੰਦਾ ਹੈ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਕੋਈ ਚੰਗੇ ਬਸਤਰ ਨਹੀਂ ਹਨ, ਜਾਤ ਨਾ ਉੱਚੀ ਜਾਤੀ ਨਹੀਂ ਹੈ, ਪਤ ਨਾ ਆਦਰੋ, ਕੋਈ ਜ਼ਿਆਦਾ ਸਨਮਾਨ ਨਹੀਂ ਦਿੰਦਾ ਹੈ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਤੇ ਸਾਧ ਸੰਗਤ ਜੀ, ਉਦਿਆਨ ਵਿੱਚ ਜੰਗਲਾਂ 'ਚ ਤੁਰਿਆ ਫਿਰਦਾ ਹੈ। ਮਿੱਤਰ ਨਾ ਏਠ, ਪਿਆਰੇ ਮਿੱਤਰ ਨਹੀਂ ਹਨ, ਧਨ ਪੈਸਾ ਨਹੀਂ ਹੈ, ਰੂਪਹੀਨ, ਕੋਈ ਚੰਗਾ ਸਰੂਪ ਨਹੀਂ ਹੈ। ਮਿੱਤਰ ਨਾ ਏਠ, ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਕੋਈ ਸਾਕ ਸੰਬੰਧੀ ਵੀ ਨਹੀਂ ਹਨ। ਪਰ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਵਾਹਿਗੁਰੂ ਨਾਮ ਹੈ, ਮੂਲ ਮੰਤਰ ਹੈ, ਤਾਂ ਮਹਾਰਾਜ ਫਰਮਾਉਂਦੇ ਹਨ ਉਹ ਰਾਜਾ ਹੈ, ਉਹ ਆਪਣੇ ਆਨੰਦ ਦੇ ਵਿੱਚ ਹੈ। ਜਿਵੇਂ ਇਤਿਹਾਸ ਵਿੱਚ ਵਾਰਤਾ ਆਉਂਦੀ ਹੈ ਕਿ ਇਹ ਜਿਹੜੇ ਲਾਹੌਰ ਦੇ ਇੱਕ ਭਗਤ ਸੀ ਛੱਜੂ ਜੀ, ਤੇ ਉਹ ਆਪਣੇ ਚੁਬਾਰੇ ਦੇ ਵਿੱਚ ਰਹਿੰਦੇ ਸੀ ਤੇ ਬਹੁਤ ਘੱਟ ਉਤਰਦੇ ਸੀ। ਤੇ ਉਹਦੇ ਨਾਲ ਦੇ ਜਿਹੜੇ ਸੰਗੀ ਸਾਥੀ ਸੀ ਜਾਂ ਜਿਹੜੇ ਉਸ ਦੀ ਸੰਗਤ ਵਿੱਚ ਆਉਂਦੇ ਸੀ, ਉਹਨਾਂ ਨੇ ਕਹਿਣਾ ਕਿ ਭਗਤ ਜੀ ਕਿਤੇ ਚੁਬਾਰੇ ਤੋਂ ਥੱਲੇ ਵੀ ਆ ਜਾਇਆ ਕਰੋ, ਥੋੜਾ ਵਿਚਰਿਆ ਵੀ ਕਰੋ, ਘੁੰਮਿਆ ਫਿਰਿਆ ਕਰੋ, ਤੁਸੀਂ ਤਾਂ ਬਾਹਰ ਹੀ ਨਹੀਂ ਨਿਕਲਦੇ, ਥੋੜਾ ਦੇਖੋ, ਦੁਨੀਆ ਦੇਖੋ, ਥੋੜਾ ਆਨੰਦ ਲਿਆ ਕਰੋ। ਔਰ ਛੱਜੂ ਭਗਤ ਜੀ ਕਹਿੰਦੇ ਮੈਂ ਆਨੰਦ ਦੇ ਵਿੱਚ ਹਾਂ, ਕੋਈ ਨਹੀਂ, ਤੁਸੀਂ ਲਈ ਜੋ ਬਾਹਰ ਆਨੰਦ। ਤੇ ਸਾਧ ਸੰਗਤ ਜੀ, ਨਾਲ ਦੇ ਪ੍ਰੇਮੀ ਕਿਉਂਕਿ ਜਦੋਂ ਪਿੱਛੇ ਹੀ ਪੈ ਜਾਣ ਫਿਰ ਉਹ ਗੱਲ ਮੰਨਣੀ ਵੀ ਪੈ ਜਾਂਦੀ ਹੈ। ਕਹਿੰਦੇ ਨਹੀਂ ਜੀ, ਘੁੰਮ ਫਿਰ ਕੇ ਆਓ, ਤੁਸੀਂ ਆਓ ਚੱਲੀਏ। ਕਹਿੰਦੇ ਚਲੋ ਫਿਰ।
ਕਿੱਥੇ ਲੈ ਕੇ ਜਾਓਗੇ? ਕਹਿੰਦੇ ਤੁਹਾਨੂੰ ਅਫਗਾਨਿਸਤਾਨ ਲੈ ਕੇ ਜਾਂਦੇ ਆ, ਉੱਥੇ ਬਲਕ ਬੁਖਾਰਾ ਹੈ, ਟੂਰਿਸਟ ਲੋਕ ਉੱਥੇ ਜਾਂਦੇ ਹਨ, ਸੈਰ ਕਰਨ ਵਾਸਤੇ, ਘੁੰਮਣ ਫਿਰਨ ਵਾਸਤੇ ਜਾਂਦੇ ਹਨ, ਤੁਸੀਂ ਵੀ ਚੱਲੋ ਉੱਥੇ। ਤੇ ਭਗਤ ਛੱਜੂ ਜੀ ਚਲੇ ਗਏ। ਪਰ ਸਾਧ ਸੰਗਤ ਜੀ ਉਹਨਾਂ ਨੂੰ ਸਿਮਰਨ ਦੇ ਵਿੱਚ ਆਨੰਦ ਆਇਆ ਹੋਇਆ ਸੀ, ਉੱਥੇ ਮਨ ਹੀ ਨਾ ਲੱਗੇ ਉਹਨਾਂ ਦਾ। ਚਲੇ ਗਏ ਪਹਿਲਾਂ ਤੇ ਕਹਿੰਦੇ ਭਾਈ ਮੇਰਾ ਨਹੀਂ ਇੱਥੇ ਮਨ ਲੱਗ ਰਿਹਾ, ਤੇ ਮੈਨੂੰ ਤੁਸੀਂ ਉੱਥੇ ਹੀ ਲੈ ਕੇ ਚੱਲੋ ਚੁਬਾਰੇ ਦੇ ਵਿੱਚ। ਤੇ ਸਾਧ ਸੰਗਤ ਜੀ ਪਹਿਲਾਂ ਗਏ, ਫਿਰ ਉਹ ਕਹਿੰਦੇ ਚਲੋ ਉੱਥੇ ਚੱਲੀਏ, ਵਾਪਸ ਚੱਲੋ, ਇੱਥੇ ਨਹੀਂ, ਵਾਪਸ ਚੱਲੋ। ਫਿਰ ਵਾਪਸ ਆਏ। ਫਿਰ ਚੁਬਾਰੇ ਦੇ ਵਿੱਚ ਆ ਕੇ ਜਦੋਂ ਆਪਣੇ ਆਸਣ ਦੇ ਉੱਤੇ ਛੱਜੂ ਭਗਤ ਜੀ ਲੰਮੇ ਪਏ, ਇੱਕ ਲੰਬਾ ਸਾਹ ਲਿਆ ਤੇ ਇੱਕ ਕਾਵਿ ਰਚਨਾ ਕੀਤੀ ਉਸ ਸਮੇਂ ਛੱਜੂ ਭਗਤ ਜੀ ਨੇ। ਤਾਂ ਛੱਜੂ ਭਗਤ ਜੀ ਨੇ ਉਸ ਸਮੇਂ ਇਹ ਕਾਵਿ ਰਚਨਾ ਕੀਤੀ, ਆਪਣੇ ਪ੍ਰੇਮੀਆਂ ਨੂੰ ਕਿਹਾ ਕਿ ਭਾਈ ਜੋ ਸੁਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ, ਜੋ ਸੁਖ ਮੈਨੂੰ ਆਪਣੇ ਆਸਣ ਤੇ ਆ ਰਿਹਾ ਹੈ, ਇਹ ਬਲਖ ਬੁਖਾਰੇ ਵਿੱਚ ਸੁਖ ਨਹੀਂ ਹੈ। ਕਿਉਂਕਿ ਜਿਹੜਾ ਅਬਨਾਸੀ ਸੁਖ ਆਪਨ ਆਸਨ, ਆਪਣੇ ਆਸਣ ਤੇ ਸੁਖ ਹੈ, ਉਹ ਸਾਧ ਸੰਗਤ ਜੀ ਬਾਹਰ ਘੁੰਮ ਫਿਰ ਕੇ ਸੁਖ ਨਹੀਂ ਹੈ। ਅਸੀਂ ਰੋਜ਼ਾਨਾ ਇਹ ਬਚਨ ਪੜ੍ਹਦੇ ਹਾਂ ਕਿ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਜਿਹੜਾ ਨਿਜ ਘਰ ਦੇ ਵਿੱਚ ਸੁਖ ਹੈ, ਨਿਜ ਘਰ ਦਾ ਭਾਵ ਇਹ ਹੈ ਜਿਹੜਾ ਅੰਦਰ ਆਤਮਿਕ ਸੁਖ ਹੈ, ਜਿਹਨੂੰ ਬ੍ਰਹਮਾਨੰਦ ਕਹਿੰਦੇ ਹੈ, ਜਿਹੜਾ ਬਾਹਰੋਂ ਨਹੀਂ, ਉਹ ਅੰਦਰੋਂ ਪ੍ਰਗਟ ਹੁੰਦਾ ਹੈ। ਤੋ ਸਾਧ ਸੰਗਤ ਜੀ ਆਨੰਦ ਕਿਵੇਂ ਪ੍ਰਗਟ ਹੁੰਦਾ ਹੈ? ਤਾਂ ਮਹਾਰਾਜ ਫਰਮਾਉਂਦੇ ਹਨ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ, ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ਕਿ ਉਹਨਾਂ ਦੇ ਅੰਦਰ ਆਨੰਦ ਉਪਾਰਜਨਾ ਪੈਦਾ ਹੋ ਜਾਂਦਾ ਹੈ। ਤੇ ਵਾਹਿਗੁਰੂ ਜਿਹੜੇ ਸੱਜਣ ਹਨ ਤੇ ਉਹ ਪ੍ਰਗਟੇ ਆਏ, ਉਹ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਇੱਕ ਬਜ਼ੁਰਗ ਮਾਤਾ ਸਾਧ ਸੰਗਤ ਜੀ, ਉਹ ਸੂਈ ਦੇ ਨਾਲ ਕੋਈ ਕੱਪੜਾ ਸੀ ਰਹੀ ਸੀ, ਤੇ ਉਸ ਦੀ ਸੂਈ ਜਿਹੜੀ ਸੀ ਉਹ ਹੇਠਾਂ ਡਿੱਗ ਪਈ। ਤੇ ਬਜ਼ੁਰਗ ਸੀ ਸਾਧ ਸੰਗਤ ਜੀ, ਨੇਤਰਾਂ ਦੀ ਨਿਗਾਹ ਵੀ ਕਮਜ਼ੋਰ ਸੀ। ਉਹ ਸੂਈ ਲੱਭਣ ਲੱਗ ਪਈ, ਔਰ ਸੂਈ ਲੱਭਦੀ ਲੱਭਦੀ ਉਹ ਦਰਵਾਜ਼ੇ ਤੋਂ ਬਾਹਰ ਚਲੇ ਗਈ। ਬਾਹਰ ਲੱਭੀ ਜਾਵੇ ਸੂਈ, ਕੋਈ ਬਾਹਰੋਂ ਕੋਈ ਨੌਜਵਾਨ ਆਇਆ, ਉਹ ਕਹਿਣ ਲੱਗਿਆ ਮਾਤਾ ਕੀ ਲੱਭ ਰਹੀ ਹੈ? ਉਹ ਮਾਤਾ ਕਹਿਣ ਲੱਗੀ ਮੇਰੀ ਸੂਈ ਡਿੱਗ ਪਈ, ਮੈਂ ਸੂਈ ਲੱਭ ਰਹੀ ਹਾਂ। ਉਹ ਨੌਜਵਾਨ ਵੀ ਲੱਭਣ ਲੱਗ ਪਿਆ। ਕਿੰਨਾ ਟਾਈਮ ਸੂਈ ਲੱਭਦੇ ਰਹੇ ਤੇ ਸੂਈ ਨਹੀਂ ਲੱਭੀ ਉਹਨਾਂ ਨੂੰ। ਅਖੀਰ ਉਹ ਨੌਜਵਾਨ ਨੇ ਉਸ ਮਾਤਾ ਨੂੰ ਪੁੱਛ ਲਿਆ ਕਿ ਮਾਤਾ ਸੂਈ ਡਿੱਗੀ ਕਿੱਥੇ ਸੀ? ਉਹ ਮਾਤਾ ਕਹਿੰਦੀ ਸੂਈ ਤਾਂ ਅੰਦਰ ਡਿੱਗੀ ਸੀ। ਉਹ ਕਹਿੰਦਾ ਮਾਤਾ ਸੂਈ ਅੰਦਰ ਡਿੱਗੀ ਸੀ ਤੇ ਤੂੰ ਬਾਹਰ ਲੱਭੀ ਜੰਨੀ ਐ, ਇੰਨਾ ਟਾਈਮ ਮੇਰਾ ਵੀ ਖਰਾਬ ਕੀਤਾ, ਅੰਦਰ ਲੱਭ। ਤੋ ਕਹਿਣ ਦਾ ਭਾਵ, ਇਸ ਵਿਚਾਰ ਨੂੰ ਸੁਣਾਉਣ ਦਾ ਭਾਵ ਹੈ ਅਸੀਂ ਆਨੰਦ ਬਾਹਰ ਲੱਭ ਰਹੇ ਹਾਂ। ਅਸੀਂ ਕਹਿੰਦੇ ਹਾਂ ਪਦਾਰਥਾਂ 'ਚ ਆਨੰਦ ਹੈ, ਲੇਕਿਨ ਸਾਧ ਸੰਗਤ ਜੀ ਅੰਦਰ ਨਹੀਂ ਲੱਭਦੇ। ਜਦੋਂ ਵੀ ਆਨੰਦ ਪ੍ਰਗਟ ਹੋਏਗਾ ਉਹ ਅੰਦਰੋਂ ਪ੍ਰਗਟ ਹੋਏਗਾ। ਤੇ ਸਾਧ ਸੰਗਤ ਜੀ ਅਸੀਂ ਇਹ ਕਹਿੰਦੇ ਹਾਂ ਕਿ ਧਨ ਵਿੱਚ ਆਨੰਦ ਹੈ ਤੇ ਬਾਹਰ ਘੁੰਮਣ ਫਿਰਨ ਵਿੱਚ ਹੈ। ਤਾਂ ਮਹਾਰਾਜ ਨੇ ਬਾਣੀ ਵਿੱਚ ਹੀ ਇਹ ਬਚਨ ਉਚਾਰਨ ਕੀਤੇ ਹਨ, ਸੁਖ ਨਾਹੀ ਬਹੁਤ ਹੈ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਤੋ ਵਾਹਿਗੁਰੂ ਨਾਮ ਦੇ ਵਿੱਚ, ਵਾਹਿਗੁਰੂ ਦੇ ਗੁਣ ਗਾਇਣ ਦੇ ਵਿੱਚ ਹੀ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਹੋਰ ਵਾਰਤਾ ਦਾਸ ਨੇ ਪੜ੍ਹੀ ਕਿ ਕੋਈ ਚੰਗਾ ਕਮਾਈ ਵਾਲਾ ਸਾਧੂ ਸੀ ਤੇ ਉਹ ਸਾਧ ਸੰਗਤ ਜੀ ਕਿਸੇ ਦਰਖਤ ਦੇ ਹੇਠਾਂ ਲੰਮੇ ਪਿਆ ਹੋਇਆ ਸੀ ਤੇ ਰੱਬ ਰੱਬ ਕਰ ਰਿਹਾ ਸੀ। ਤੇ ਕੋਈ ਸੰਸਾਰਕ ਵਿਅਕਤੀ ਆ ਕੇ ਉਸ ਸਾਧੂ ਨੂੰ ਕਹਿਣ ਲੱਗਿਆ ਕਿ ਬਾਬਾ ਜੀ ਕੋਈ ਕੰਮ ਕਰਿਆ ਕਰੋ, ਇੰਜ ਵਿਹਲੇ ਨਾ ਰਿਹਾ ਕਰੋ, ਕੋਈ ਨਾ ਕੋਈ ਕੰਮ ਕਰਿਆ ਕਰੋ, ਵਿਹਲਾ ਨਹੀਂ ਰਹਿਣਾ ਚਾਹੀਦਾ। ਉਹ ਕਹਿੰਦਾ ਵੀ ਮੈਂ ਕਰ ਰਿਹਾ ਆਪਣਾ ਕੰਮ, ਤੂੰ ਆਪਣਾ ਕੰਮ ਕਰ ਲੈ ਭਾਈ, ਮੈਂ ਵਧੀਆ ਕੰਮ ਲੱਗਿਆ ਹੋਇਆ, ਵਧੀਆ ਆਨੰਦ ਹੈ ਮੈਨੂੰ। ਨਹੀਂ, ਕਹਿੰਦਾ ਕੁਝ ਤਾਂ ਕਰਿਆ ਕਰੋ, ਐਵੇਂ ਵਿਹਲੇ ਨਹੀਂ ਰਹੀਦਾ। ਉਹਨਾਂ ਨੇ ਸਮਝਾਇਆ ਵੀ ਭਾਈ ਠੀਕ ਹੈ, ਤੇਰੀ ਇੱਧਰ ਡਿਊਟੀ ਲਾਈ, ਸਾਡੀ ਇੱਧਰ ਲੱਗੀ ਹੋਈ ਹੈ, ਅਸੀਂ ਆਨੰਦ ਦੇ ਵਿੱਚ ਹਾਂ। ਨਹੀਂ, ਕਹਿੰਦਾ ਕੁਝ ਕਰੋ।
ਤੇ ਚਲੋ ਸਾਧੂ ਉੱਠ ਕੇ ਬੈਠ ਗਿਆ। ਕਹਿੰਦਾ ਵੀ ਚੱਲ ਮੈਂ ਜੇ ਕੰਮ ਕਰੂੰਗਾ ਫੇਰ ਕੀ ਹੋਏਗਾ। ਕਹਿੰਦਾ ਜੇ ਕੰਮ ਕਰੋਗੇ ਤੇ ਤੁਹਾਨੂੰ ਧਨ ਦੀ ਪ੍ਰਾਪਤੀ ਹੋਏਗੀ, ਪੈਸੇ ਆ ਜਾਣਗੇ। ਕਹਿੰਦਾ ਚਲੋ ਪੈਸੇ ਵੀ ਆ ਗਏ ਫੇਰ ਕੀ ਹੋ ਜਾਏਗਾ। ਕਹਿੰਦੇ ਤੁਸੀਂ ਪੈਸਿਆਂ ਨੂੰ ਜੋੜਿਓ, ਪੈਸੇ ਇਕੱਠੇ ਹੋ ਜਾਣਗੇ, ਫਿਰ ਕੋਈ ਘਰ ਬਣਾ ਲਿਓ ਆਪਣਾ ਟਿਕਾਣਾ। ਫਿਰ ਜਦੋਂ ਘਰ ਬਣ ਗਿਆ ਫਿਰ ਕੋਈ ਸ਼ਾਦੀ ਵਾਦੀ ਵੀ ਹੋ ਜੂਗੀ ਤੇ ਫਿਰ ਵਿਆਹ ਕਰਾ ਲਿਓ। ਵਿਆਹ ਤੋਂ ਬਾਅਦ ਬੱਚੇ ਹੋ ਜਾਣਗੇ, ਬੱਚੇ ਵੱਡੇ ਹੋ ਜਾਣਗੇ, ਉਹਨਾਂ ਨੂੰ ਪਾਲਿਓ ਪੋਸ਼ਿਓ, ਫਿਰ ਉਹਨਾਂ ਨੂੰ ਸੌਂਪ ਦਿਓ ਘਰ ਵੀ। ਫਿਰ ਕਹਿੰਦਾ ਫੇਰ ਕੀ ਹੈ। ਫਿਰ ਕਹਿੰਦਾ ਤੁਸੀਂ ਆਨੰਦ ਲਿਓ। ਉਹ ਸਾਧੂ ਕਹਿੰਦਾ ਮੈਂ ਹੁਣੇ ਹੀ ਆਨੰਦ ਲੈ ਰਿਹਾ। ਐਡਾ ਘੁਮਾ ਫਿਰਾ ਕੇ ਜੇ ਐਂਡ ਦੇ ਵਿੱਚ ਵੀ ਆ ਕੇ ਆਨੰਦ ਹੀ ਲੈਣਾ ਤਾਂ ਮੈਂ ਪਹਿਲਾਂ ਹੀ ਲੈ ਰਿਹਾ ਹਾਂ। ਤੋ ਕਹਿਣ ਦਾ ਮਤਲਬ ਹੈ ਸਾਡੀ ਸ਼ੁਰੂਆਤ ਔਰ ਐਂਡ ਨੂੰ ਸਮਝ ਕੇ ਕਿ ਵਿੱਚ ਤਾਂ ਭਰਮ ਹੈ। ਤੋ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ, ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਵਾਹਿਗੁਰੂ ਜਿਹੜੇ ਸੱਜਣ ਹਨ ਉਹ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਇੱਕ ਹੋਰ ਕਿਸੇ ਵਿਦਵਾਨ ਦੀ ਦਾਸ ਨੇ ਵਾਰਤਾ ਪੜ੍ਹੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਉਸ ਵਿਦਵਾਨ ਨੇ ਆਪਣੇ ਢੰਗ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਖਸੀਅਤ ਬਿਆਨ ਕੀਤੀ ਕਿ ਇੱਕ ਵਾਰੀ ਵਾਹਿਗੁਰੂ ਜੀ ਨੇ ਆਪਣੇ ਦਰਬਾਰ ਦੇ ਵਿੱਚ ਸਾਰੇ ਪੀਰ ਪੈਗੰਬਰ ਰਹਿਬਰ ਅਵਤਾਰਾਂ ਨੂੰ ਸੱਦਿਆ ਤੇ ਵਾਹਿਗੁਰੂ ਨੇ ਆਪਣੇ ਦਰਬਾਰ ਦੇ ਵਿੱਚ ਤੇ ਵੱਡੀਆਂ ਵੱਡੀਆਂ ਪੰਡਾਂ ਰੱਖੀਆਂ ਹੋਈਆਂ ਸੀ ਤੇ ਉਹਨਾਂ ਪੰਡਾਂ ਦੇ ਉੱਤੇ ਲਿਖਿਆ ਹੋਇਆ ਸੀ ਸੁਖ, ਜ਼ਮੀਨ ਜਾਇਦਾਦ, ਇਸੇ ਤਰ੍ਹਾਂ ਸਾਧ ਸੰਗਤ ਜੀ ਪਦਵੀਆਂ ਤੇ ਹੀਰੇ ਮੋਤੀ ਜਵਾਹਰਾਤ, ਇਸ ਤਰ੍ਹਾਂ ਉਹਨਾਂ ਪੰਡਾਂ ਦੇ ਉੱਤੇ ਇਹ ਅੱਖਰ ਲਿਖੇ ਹੋਏ ਸੀ। ਤੇ ਵਾਹਿਗੁਰੂ ਨੇ ਸਾਰੇ ਪੀਰ ਪੈਗੰਬਰ ਰਹਿਬਰ ਅਵਤਾਰਾਂ ਨੂੰ ਸੱਦਿਆ ਔਰ ਕਿਹਾ ਕਿ ਸਾਰੇ ਆਪੋ ਆਪਣੀਆਂ ਪੰਡਾਂ ਚੱਕ ਲਓ। ਤੇ ਕੋਈ ਸੁੱਖ ਲੈ ਗਿਆ, ਕੋਈ ਜ਼ਮੀਨ ਜਾਇਦਾਦ ਲੈ ਗਿਆ, ਕੋਈ ਹੀਰੇ ਮੋਤੀਆਂ ਦੀ ਪੰਡ ਲੈ ਗਿਆ, ਕੋਈ ਪਦਵੀਆਂ ਦੀ ਲੈ ਗਿਆ, ਸਾਰੇ ਵਧੀਆ ਵਧੀਆ ਚੀਜ਼ਾਂ ਲੈ ਗਏ ਔਰ ਇੱਕ ਪੰਡ ਰਹਿ ਗਈ ਔਰ ਉਸ ਦੇ ਉੱਤੇ ਲਿਖਿਆ ਸੀ ਦੁੱਖ। ਤੇ ਉਦੋਂ ਉਹ ਵਿਦਵਾਨ ਲਿਖਦਾ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਆ ਗਏ ਔਰ ਮਹਾਰਾਜ ਸਾਹਿਬ ਜੀ ਨੇ ਉਹ ਪੰਡ ਚੱਕਣ ਲੱਗੇ ਕਿ ਇਹ ਦੁੱਖ ਦੀ ਪੰਡ ਮੈਨੂੰ ਦੇ ਦੇਵੋ। ਤਾਂ ਵਾਹਿਗੁਰੂ ਕਹਿਣ ਲੱਗੇ ਕਿ ਤੁਸੀਂ ਇਹ ਪੰਡ ਲਿਜਾ ਸਕਦੇ ਹੋ, ਲੇਕਿਨ ਦੋ ਸ਼ਰਤਾਂ ਹੋਰ ਹਨ ਕਿ ਇਹ ਤਾਂ ਪੱਕਾ ਹੀ ਹੈ ਕਿ ਜਦੋਂ ਤੁਸੀਂ ਪੰਡ ਖੋਲੋਗੇ ਤੇ ਵਿੱਚੋਂ ਦੁੱਖ ਨਿਕਲਣੇ ਹਨ, ਲੇਕਿਨ ਦੋ ਸ਼ਰਤਾਂ ਇਹ ਵੀ ਹਨ ਕਿ ਜਦੋਂ ਦੁੱਖ ਨਿਕਲਣ ਉਦੋਂ ਤੁਹਾਡੇ ਮੁਖ ਚੋਂ ਕੋਈ ਗਿਲੇ ਸ਼ਿਕਵੇ ਦੇ ਬਚਨ ਨਾ ਨਿਕਲਣ, ਤੁਸੀਂ ਚੜ੍ਹਦੀ ਕਲਾ ਵਿੱਚ ਰਹੋ, ਆਨੰਦ ਵਿੱਚ ਰਹੋ। ਅਤੇ ਦੂਸਰਾ ਬਚਨ ਹੈ ਤੁਹਾਡੇ ਨੇਤਰਾਂ ਦੇ ਵਿੱਚ ਕੋਈ ਹੰਝੂ ਨਾ ਆਵੇ ਦੁੱਖ ਦੇਖ ਕੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ, ਉਹ ਵਿਦਵਾਨ ਲਿਖਦਾ ਹੈ ਕਿ ਉਹ ਪੰਡ ਚੱਕ ਲਈ ਔਰ ਸਾਧ ਸੰਗਤ ਜੀ ਫਿਰ ਇਤਿਹਾਸ ਵੇਖੋ ਕਿੱਡੇ ਵੱਡੇ ਸਾਕੇ ਵਾਪਰੇ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਿਤਾ ਜੀ ਦੀ ਸ਼ਹੀਦੀ ਹੋਈ, ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਅਨੇਕਾਂ ਸਿੰਘਾਂ ਦੀ ਸ਼ਹਾਦਤ ਹੋਈ, ਲੇਕਿਨ ਮਹਾਰਾਜ ਜੀ ਨੇ ਜਕਾਰੇ ਲਾਏ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਮਹਾਰਾਜ ਸਾਹਿਬ ਜੀ ਦੇ ਨੇਤਰਾਂ ਦੇ ਵਿੱਚ ਹੰਝੂ ਨਹੀਂ ਆਇਆ ਇੱਕ ਵੀ। ਤੇ ਸਾਧ ਸੰਗਤ ਜੀ ਕਿੱਡੇ ਸਾਕੇ ਵਾਪਰੇ। ਫਿਰ ਮਹਾਰਾਜ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਜਿੱਤ ਦੀ ਚਿੱਠੀ ਲਿਖੀ। ਤੇ ਸਾਧ ਸੰਗਤ ਜੀ ਇੰਨੇ ਦੁੱਖ, ਇੰਨੀਆਂ ਵਿਪਤਾਵਾਂ ਤੇ ਇੰਨੇ ਕਸ਼ਟ ਆਉਣ ਦੇ ਬਾਵਜੂਦ ਵੀ ਮਹਾਰਾਜ ਜੀ ਨੇ ਜ਼ਫਰਨਾਮਾ ਜਦੋਂ ਆਰੰਭ ਕੀਤਾ ਤਾਂ ਪਹਿਲਾ ਸ਼ਬਦ ਲਿਖਿਆ ਕਮਾਲੇ ਕਰਾਮਾਤ ਕਾਇਮ ਕਰੀਮ। ਕਮਾਲ ਸ਼ਬਦ ਵਰਤਿਆ ਹੈ, ਕਾਇਮ ਵਰਤਿਆ ਹੈ, ਕਰੀਮ ਦਿਆਲੂ ਵਰਤਿਆ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਹਾ ਕੋ ਰਹੀਮ। ਅਮਾ ਬਖਸ਼ ਬਖਸ਼ਿੰਦ ਓ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਸ਼ਹਿਨਸ਼ਾਹ ਖੂਬੀ ਦੇਹੋ ਰਹਿ ਨਮੂ, ਕਿ ਬੇਗੂਨ ਬੇਚੂਨ ਚੂਬੇ ਨਮੂ। ਤੇ ਕੀ ਕਿਹਾ ਮਹਾਰਾਜ ਜੀ ਨੇ? ਕਹਿੰਦੇ ਨਾ ਸਾਜ਼ੋ ਕੋਈ ਸਾਜ਼ ਨਹੀਂ ਹੈ, ਕੋਈ ਸਾਜ਼ੋ ਸਮਾਨ ਨਹੀਂ ਹੈ, ਨਾ ਬਾਜ਼ੋ ਸਾਡੇ ਕੋਲ ਘੋੜਾ ਨਹੀਂ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਕੋਈ ਫੌਜ ਨਹੀਂ ਹੈ।
ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਨਾ ਕੋਈ ਗਲੀਚੇ ਹਨ। ਅਸੀਂ ਇਕੱਲੇ ਹਾਂ ਪਰ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼। ਅਸੀਂ ਤਾਂ ਐਸ਼ ਕਰ ਰਹੇ ਹਾਂ, ਸਾਡੇ ਨਾਲ ਰੱਬ ਹੈ, ਸਾਡੇ ਨਾਲ ਵਾਹਿਗੁਰੂ ਹੈ। ਤੋ ਸਾਧ ਸੰਗਤ ਜੀ, ਇਹ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਤੁਸੀਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਤੋ ਮਹਾਰਾਜ ਜੀ ਇਹੀ ਫਰਮਾਉਂਦੇ ਹਨ, ਜੇ ਤੁਸੀਂ ਗੁਣਾਂ ਨੂੰ ਉਚਾਰਨ ਕਰੋਗੇ ਉਹਦਾ ਫਲ ਇਹੀ ਮਿਲਣਾ, ਤੁਹਾਨੂੰ ਵੀ ਆਨੰਦ ਆ ਜਾਏਗਾ, ਤੁਹਾਡੇ ਅੰਦਰ ਆਨੰਦ ਪੈਦਾ ਹੋ ਜਾਏਗਾ।